ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ, ਬਹੁਤ ਹੀ ਅਹਿਮ ਗੱਲ ਦੀ ਸਾਂਝ ਤੁਹਾਡੇ ਨਾਲ ਪਾਉਣ ਲੱਗੇ ਹਾਂ। ਅੱਜ ਬਹੁਤ ਹੀ ਲੋਕ ਇੱਕ ਹੀ ਸ਼ਿਕਾਇਤ ਵਾਰ-ਵਾਰ ਕਰਦੇ ਨੇ ਕਿ ਸਾਡੇ ਕੋਲ ਸਮਾਂ ਨਹੀਂ ਹੈ, ਸਾਡੇ ਕੋਲੇ ਟਾਈਮ ਨਹੀਂ ਹੈ ਕਿ ਅਸੀਂ ਨਿਤਨੇਮ ਕਰ ਸਕੀਏ, ਅਸੀਂ ਪਾਠ ਕਰ ਸਕੀਏ। ਸਾਡੇ ਕੋਲੇ ਬਹੁਤ ਘੱਟ ਸਮਾਂ ਹੈ। ਸਾਡੇ ਵਿੱਚੋਂ ਬਹੁਤੇ ਤਾਂ ਉਸ ਕਮਰੇ ਵਿੱਚ ਜਾਂਦੇ ਹੀ ਨਹੀਂ ਜਿੱਥੇ ਅਖੰਡ ਪਾਠ ਕਰਾਉਣ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹੁੰਦਾ ਹੈ। ਬਸ ਇੱਕ ਵਾਰ ਫਾਰਮੈਲਿਟੀ ਜੀ ਅਦਾ ਕਰ ਆਉਂਦੇ ਨੇ ਨਤਮਸਤਕ ਹੋ ਕੇ। ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਘਰ ਆਉਂਦੇ ਨੇ, ਆਪਾਂ ਮੱਥਾ ਟੇਕਦੇ ਹਾਂ, ਫਿਰ ਤਿਆਰੀਆਂ ਵਿੱਚ ਜੁਟ ਜਾਂਦੇ ਹਾਂ। ਉਸ ਕਮਰੇ ਵਿੱਚ ਅਸੀਂ ਜਾ ਕੇ ਬੈਠਣਾ ਮੁਨਾਸਿਬ ਨਹੀਂ ਸਮਝਦੇ। ਜੇ ਜਾਣਾ ਪਵੇ, ਜੇ ਗੁਰਬਾਣੀ ਸੁਣਨੀ ਪਵੇ ਤਾਂ ਕਹਿੰਦੇ ਆ ਜੀ ਮੈਨੂੰ ਤਾਂ ਆਲਸ ਬੜਾ ਪੈਣ ਲੱਗ ਪੈਂਦਾ, ਮੈਨੂੰ ਤਾਂ ਨੀਂਦ ਆਉਣ ਲੱਗ ਪੈਂਦੀ ਹੈ। ਸੋ ਸਾਡੇ ਤੋਂ ਹੋਰ ਸੇਵਾ ਲੈ ਲਵੋ, ਪਰ ਗੁਰੂ ਮਹਾਰਾਜ ਜੀ ਕੋਲ ਜਾ ਕੇ ਮੈਥੋਂ ਬੈਠਾ ਨਹੀਂ ਜਾਂਦਾ। ਕੋਈ ਨਹੀਂ, ਮੈਂ ਹੌਲੀ ਹੌਲੀ ਭਵਿੱਖ ਵਿੱਚ ਆਦਤ ਬਦਲ ਲਵਾਂਗਾ, ਪਰ ਅਜੇ ਮੇਰਾ ਸਰੀਰ, ਮੇਰੀ ਸਿਹਤ ਮੇਰਾ ਸਾਥ ਨਹੀਂ ਦਿੰਦੀ। ਇਹ ਕਿਸੇ ਇੱਕ ਬੰਦੇ ਦੀ ਕਹਾਣੀ ਨਹੀਂ, ਸਾਡੇ ਵਿੱਚੋਂ ਬਹੁਤਿਆਂ ਨਾਲ ਇਸ ਤਰ੍ਹਾਂ ਹੁੰਦਾ। ਅਸੀਂ ਗੁਰੂ ਸਾਹਿਬ ਜਦੋਂ ਘਰ ਆਉਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਦੋਂ ਜ਼ਰੂਰ ਪਹਿਲਾਂ ਜਪਜੀ ਸਾਹਿਬ ਬੈਠ ਕੇ ਸੁਣ ਲੈਂਦੇ ਹਾਂ। ਫਿਰ ਜਦੋਂ ਅਖੰਡ ਪਾਠ ਸਾਹਿਬ ਆਰੰਭ ਹੋ ਜਾਂਦੇ ਨੇ, ਉਸ ਤੋਂ ਤੁਰੰਤ ਬਾਅਦ ਅਸੀਂ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਦੇ ਵਿੱਚ ਰੁੱਝ ਜਾਂਦੇ ਹਾਂ। ਕੋਈ ਕਿਸੇ ਬਹਾਨੇ ਨਿਕਲ ਜਾਂਦਾ, ਕੋਈ ਕਿਸੇ ਬਹਾਨੇ, ਤੇ ਘਰ ਦੇ ਕਿਸੇ ਬਜ਼ੁਰਗ ਨੂੰ ਕੋਲ ਬਿਠਾ ਦਿੰਦੇ ਹਾਂ, ਜਾਂ ਬਹੁਤ ਛੋਟੇ ਬੱਚੇ ਨੂੰ, ਕਿ ਭਾਈ ਤੁਸੀਂ ਧੂਫ ਅਗਰਬੱਤੀ ਸਮੇਂ-ਸਮੇਂ 'ਤੇ ਬਦਲਦੇ ਰਹਿਆ ਜੇ, ਮੈਂ ਫਲਾਣੇ ਕੰਮ ਕਰ ਲਵਾਂ। ਕਈ ਅਮੀਰ ਘਰਾਂ ਦੇ ਵਿੱਚ, ਜਿੱਥੇ ਲੋਕਾਂ ਨੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਹੋਇਆ ਹੈ, ਪੱਕੇ ਤੌਰ 'ਤੇ ਪ੍ਰਕਾਸ਼ਿਤ ਕੀਤਾ ਹੋਇਆ ਹੈ, ਉਹਨਾਂ ਨੇ ਇੱਕ ਅਲੱਗ ਕਮਰੇ ਬਣਾਏ ਹੋਏ ਨੇ। ਇੱਕ ਗ੍ਰੰਥੀ ਸਿੰਘ ਵੀ ਰੱਖਿਆ ਹੁੰਦਾ, ਮਹੀਨੇ 'ਤੇ ਤਨਖਾਹ 'ਤੇ। ਉਹ ਭਾਈ ਸਾਹਿਬ ਨੂੰ ਦੋਨੋਂ ਟਾਈਮ ਆ ਕੇ ਨਿਤਨੇਮ ਕਰਕੇ ਚਲੇ ਜਾਣ ਦਾ ਉਹ ਕਹਿੰਦੇ ਨੇ। ਪਰ ਇਸ ਚੀਜ਼ ਦਾ ਉਸ ਘਰ ਵਿੱਚ ਕਿਸ ਨੂੰ ਲਾਭ ਹੈ? ਕੋਈ ਇਸ ਦਾ ਫਾਇਦਾ ਲੈ ਰਿਹਾ? ਠੀਕ ਹੈ, ਤੁਸੀਂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਕੀਤੇ ਹੋਏ ਨੇ, ਪ੍ਰਕਾਸ਼ਿਤ ਕੀਤੇ ਹੋਏ ਨੇ, ਪਰ ਉਸ ਦਾ ਲਾਭ ਤਾਂ ਹੋਵੇਗਾ ਨਾ ਜੇਕਰ ਤੁਸੀਂ ਬਾਣੀ ਸੁਣੋਗੇ, ਜੇਕਰ ਤੁਸੀਂ ਕੋਲ ਬੈਠੋਗੇ। ਗੁਰੂ ਸਾਹਿਬ ਦੇ ਵਿੱਚੋਂ ਪਾਠੀ ਸਿੰਘ ਕੀ ਕਹਿ ਰਿਹਾ ਹੈ, ਜਿਹੜੇ ਸ਼ਬਦ ਪੜ੍ਹ ਰਿਹਾ ਉਹ ਤੁਹਾਡੇ ਕੰਨਾਂ ਵਿੱਚ ਪਏ, ਕਦੀ ਤੁਸੀਂ ਉਹਨਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ਕੀਤੀ? ਬਿਲਕੁਲ ਇਸੇ ਤਰ੍ਹਾਂ ਸਾਡੇ ਦੇਸ਼ ਵਿੱਚ ਬਹੁਤ ਸਾਰੇ ਦੂਜੇ ਧਰਮਾਂ ਦੇ ਲੋਕਾਂ ਨੇ ਆਪਣੇ ਧਰਮਾਂ ਦਾ ਜਿਹੜਾ ਸਥਾਨ ਹੈ ਘਰ ਵਿੱਚ ਬਣਾਇਆ ਹੋਇਆ ਹੈ। ਤਨਖਾਹਾਂ 'ਤੇ ਪੁਜਾਰੀ ਵੀ ਰੱਖ ਲੈਂਦੇ ਨੇ। ਜਿਸ ਦਿਨ ਸੁਣਨ ਦੀ ਰੁਚੀ ਬਣੇ, ਸ਼ੌਂਕ ਪੈਦਾ ਹੋਵੇ, ਰਸ ਮਿਲੇ, ਸੁਣ ਕੇ ਚੰਗਾ ਲੱਗੇ, ਸਮਝ ਲੈਣਾ ਕਿ ਧਰਮ ਦੇ ਮਾਰਗ 'ਤੇ ਯਾਤਰਾ ਹੁਣ ਸ਼ੁਰੂ ਹੋਈ ਹੈ, ਵਰਨਾ ਨਹੀਂ। ਵਰਨਾ ਜੋ ਅਸੀਂ ਕਰ ਰਹੇ ਹਾਂ ਮਾਤਰ ਇੱਕ ਦਿਖਾਵਾ ਹੈ। ਜਿਹੜੇ ਲੋਕ ਦਬਾਅ ਦੇ ਵਿੱਚ ਆ ਕੇ ਪਾਠ ਕਰ ਰਹੇ ਨੇ ਕਿ ਬਾਬਾ ਜੀ ਨੇ ਹੁਕਮ ਲਾਇਆ ਕਿ ਮੈਂ ਦਿਨ ਦੇ 5 ਪਾਠ ਕਰਨੇ ਨੇ, 7 ਪਾਠ ਕਰਨੇ ਨੇ, 10 ਪਾਠ ਕਰਨੇ ਨੇ, ਜਾਂ ਫਿਰ ਬਹੁਤੀ ਵਾਰ ਕੀ ਹੁੰਦਾ ਕਿ ਸਾਡੇ ਘਰਾਂ ਵਿੱਚ ਸਾਨੂੰ ਬਜ਼ੁਰਗ, ਸਾਡੀਆਂ ਮਾਤਾਵਾਂ ਜ਼ੋਰ ਲਾ ਕੇ ਕਹਿੰਦੀਆਂ ਨੇ ਕਿ ਭਾਈ ਵਿਹਲਾ ਤੁਰਿਆ ਫਿਰਦਾ ਹੈ, 10 ਮਿੰਟ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀ ਲਾ ਲੈ, ਪਾਠ ਕਰ ਲੈ। ਇਹ ਵੀ ਆਵਾਜ਼ ਕਿਸੇ ਹੋਰ ਪਾਸਿਓਂ ਆਈ ਹੈ, ਸਾਡੇ ਮਨ ਦੀ ਆਵਾਜ਼ ਨਹੀਂ। ਇਹ ਵੀ ਇੱਕ ਕਿਸਮ ਦਾ ਦਬਾਅ ਹੀ ਹੈ। ਇਹ ਵੀ ਅਸੀਂ ਲੋਕਾਂ ਲਈ ਪਾਠ ਕਰ ਰਹੇ ਹਾਂ, ਖੁਦ ਲਈ ਪਾਠ ਨਹੀਂ ਕਰ ਰਹੇ। ਇਸ 'ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਕਿਹਾ ਹੈ ਕਿ ਇਸ ਨੂੰ ਕੋਈ ਗੁਣ ਵੀ ਨਾ ਸਮਝੋ, ਇਸ ਨੂੰ ਕੋਈ ਪਰ ਉਪਕਾਰ ਵੀ ਨਾ ਸਮਝੋ, ਇਸ ਨੂੰ ਕੋਈ ਧਰਮ ਵੀ ਨਾ ਸਮਝੋ। ਉਹ ਤਾਂ ਇੱਕ ਬੱਧਾ ਚੱਟੀ ਜਿਹੀ ਕਰ ਰਿਹਾ ਬਸ। ਸੋ ਇਹ ਨਹੀਂ ਕਿ ਜਲਦੀ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਅਗਲਾ ਪਾਠ ਆਰੰਭ ਕਰ ਲਈਏ ਅਤੇ ਗਿਣਤੀਆਂ ਮਿਣਤੀਆਂ ਪੂਰੀਆਂ ਕਰੀ ਜਾਈਏ ਕਿ ਮੈਂ ਇੱਕ ਪਾਠ ਕਰ ਲਿਆ, ਹੁਣ ਦੂਜਾ ਸ਼ੁਰੂ ਕਰ ਰਿਹਾ, ਫਿਰ ਮੈਂ ਤੀਜਾ ਕਰ ਲਵਾਂਗਾ। ਨਹੀਂ, ਇਹ ਗਲਤ ਹੈ। ਚਾਹੇ ਇੱਕ ਪੌੜੀ ਹੀ ਕਰੋ, ਚਾਹੇ ਸਿਰਫ ਮੂਲ ਮੰਤਰ ਦਾ ਪਾਠ ਹੀ ਕਰੋ, ਪਰ ਪਿਆਰ ਨਾਲ, ਸਤਿਕਾਰ ਨਾਲ, ਡੁੱਬ ਕੇ, ਸਾਰਾ ਧਿਆਨ ਅਕਾਲ ਪੁਰਖ ਵਾਹਿਗੁਰੂ ਜੀ ਵੱਲ ਲਗਾ ਕੇ, ਪੂਰੀ ਇਕਾਗਰਤਾ ਨਾਲ। ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਦਿੰਦੇ ਨੇ ਕਿ ਖੁਸ਼ੀ ਨਾਲ ਕੰਮ ਕਰ ਭਾਈ, ਬੱਧਾ ਚੱਟੀ ਨਹੀਂ। ਉਮੰਗ ਤੇ ਤਰੰਗ ਇਸ ਦੀ ਜਗ੍ਹਾ ਅੰਦਰ ਹੈ, ਅੰਦਰੋਂ ਨਿਕਲਣੀ ਚਾਹੀਦੀ ਹੈ। ਬਾਬਾ ਫਰੀਦ ਜੀ ਨੇ ਆਪਣੀ ਮਿਸਾਲ ਦੇ ਕੇ ਇੱਕ ਬਹੁਤ ਵਧੀਆ ਚੀਜ਼ ਸਮਝਾਈ ਹੈ ਕਿ ਇੱਕ ਦਿਨ ਉਹਨਾਂ ਨੇ ਨਮਾਜ਼ ਨਹੀਂ ਪੜ੍ਹੀ ਸੀ। ਮੁਸਲਿਮ ਭਾਈਚਾਰੇ ਵਿੱਚ ਇਸ਼ਾ ਦੀ ਨਮਾਜ਼ ਦਾ ਵਕਤ ਸੂਰਜ ਡੁੱਬਣ ਤੋਂ ਬਾਅਦ ਹੁੰਦਾ ਹੈ, ਅਤੇ ਉਹਨਾਂ ਨੇ ਇਸ਼ਾ ਦੀ ਨਮਾਜ਼ ਨਹੀਂ ਪੜ੍ਹੀ ਸੀ। ਤਕਰੀਬਨ 9:15 ਵਜੇ, 9:15 'ਤੇ ਇਸ ਨੂੰ ਨਮਾਜ਼ ਇਸ਼ਾ ਵੀ ਕਹਿੰਦੇ ਨੇ। ਇਸ ਦਾ ਵਕਤ 9:15 ਹੁੰਦਾ ਹੈ ਤਕਰੀਬਨ। ਬਾਬਾ ਫਰੀਦ ਜੀ ਦਾ ਸਰੀਰ ਉਸ ਦਿਨ ਸਾਥ ਨਹੀਂ ਸੀ ਦੇ ਰਿਹਾ। ਕੁਛ ਅੰਦਰੋਂ ਮਨ ਅੜੀ ਕਰ ਗਿਆ ਸੀ, ਕਿਉਂਕਿ ਮਨ ਸਾਡਾ ਸਭ ਦਾ ਅੜੀ ਕਰ ਜਾਂਦਾ ਹੈ, ਵੇਲੇ 'ਤੇ ਸਾਨੂੰ ਧੋਖਾ ਦੇ ਜਾਂਦਾ ਹੈ। ਮਨ ਦੇ ਉੱਤੇ ਕਾਬੂ ਬਹੁਤ ਥੋੜ੍ਹੇ ਲੋਕਾਂ ਦਾ ਹੁੰਦਾ ਹੈ।
ਇੱਥੋਂ ਤੱਕ ਕਈ ਵਾਰੀ ਚੰਗੇ ਚੰਗੇ ਸਾਧੂ ਸੰਤ ਫਕੀਰ ਰਿਸ਼ੀ ਮੁਨੀ ਉਹਨਾਂ ਦਾ ਮਨ ਵੀ ਅੜੀ ਕਰ ਜਾਂਦਾ ਹੈ। ਕਈ ਵਾਰੀ ਰੋਜ਼ ਰੋਜ਼ ਨਿਤਨੇਮ ਕਰਨ ਵਾਲਿਆਂ ਦਾ ਮਨ ਵੀ ਅੜੀ ਕਰ ਜਾਂਦਾ ਕਿ ਨਹੀਂ, ਅੱਜ ਨਹੀਂ ਉੱਠਿਆ ਜਾਂਦਾ, ਅੱਜ ਇਸ਼ਨਾਨ ਨਹੀਂ ਕੀਤਾ ਜਾਂਦਾ। ਹਰ ਰੋਜ਼ ਉੱਠ ਕੇ ਅੰਮ੍ਰਿਤ ਵੇਲਾ ਸੰਭਾਲਣ ਵਾਲਿਆਂ ਦਾ ਮਨ ਵੀ ਕਦੇ ਕਦੇ ਅੜੀ ਕਰ ਜਾਂਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਹਿੰਦੇ ਰੋਜ਼ ਤੇ ਨਿਤਨੇਮ ਕਰਦੇ ਹਾਂ, ਅੱਜ ਨਾ ਹੀ ਸਹੀ। ਰੋਜ਼ ਤੇ ਨਾਮ ਜਪਦੇ ਹਾਂ, ਅੱਜ ਨਾ ਹੀ ਸਹੀ। ਬਾਬਾ ਫਰੀਦ ਜੀ ਆਖਦੇ ਕਿ ਇਸੇ ਤਰ੍ਹਾਂ ਮਨ ਨੇ ਕਿਹਾ ਕਿ ਰੋਜ਼ ਤਾਂ ਇਸ਼ਾ ਦੀ ਨਮਾਜ਼ ਪੜ੍ਹਦੇ ਹਾਂ, ਅੱਜ ਨਾ ਹੀ ਸਹੀ। ਤੇ ਮੁਸਲਮਾਨਾਂ ਦੇ ਵਿੱਚ ਇੱਕ ਕਹਾਵਤ ਹੈ ਕਿ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ। ਇਹ ਅਕਸਰ ਕਹਾਵਤ ਪੰਜਾਬ ਵਿੱਚ ਵੀ ਬਹੁਤ ਥਾਵਾਂ ਤੇ ਬੋਲੀ ਜਾਂਦੀ ਹੈ। ਸਮੇਂ ਸਿਰ ਤੇ ਸਮੇਂ ਦੀ ਨਮਾਜ਼ ਨਹੀਂ ਪੜ੍ਹੀ ਤਾਂ ਬਾਅਦ ਵਿੱਚ ਟੱਕਰਾਂ ਹੀ ਨੇ। ਸਮੇਂ ਦਾ ਆਪਣਾ ਪ੍ਰਭਾਵ ਹੁੰਦਾ ਹੈ, ਸਮੇਂ ਦਾ ਆਪਣਾ ਅਸਰ ਹੁੰਦਾ ਹੈ। ਇਸ ਕਰਕੇ ਸਮੇਂ ਨਾਲ ਕਦਮ ਰਲਾ ਕੇ ਚੱਲਣਾ ਬਹੁਤ ਹੀ ਜ਼ਰੂਰੀ ਹੈ। ਸਵੇਰੇ ਜੋ ਮਨ ਦੀ ਹਾਲਤ ਹੁੰਦੀ ਹੈ ਉਹ ਦੁਪਹਿਰ ਸਮੇਂ ਨਹੀਂ ਹੁੰਦੀ। ਦੁਪਹਿਰ ਵੇਲੇ ਮਨ ਹੋਰ ਤਰੀਕੇ ਵਿੱਚ ਤਬਦੀਲ ਹੋ ਚੁੱਕਿਆ ਹੁੰਦਾ ਹੈ। ਦੁਪਹਿਰ ਵਾਲੀ ਹਾਲਤ ਸ਼ਾਮ ਨੂੰ ਨਹੀਂ ਹੁੰਦੀ। ਇਸੇ ਕਰਕੇ ਕਹਿੰਦੇ ਨੇ ਕਿ ਸਮੇਂ ਦਾ ਆਪਣਾ ਬਹੁਤ ਵੱਡਾ ਪ੍ਰਭਾਵ ਹੁੰਦਾ ਹੈ। ਸਰਦੀ, ਗਰਮੀ, ਬਹਾਰ, ਪਤਝੜ ਸਮਿਆਂ ਦੇ ਅਨੁਸਾਰ ਹੀ ਬਦਲਦੇ ਨੇ। ਮਨ ਦੀ ਹਾਲਤ ਵੀ ਇਸੇ ਤਰ੍ਹਾਂ ਬਦਲਦੀ ਰਹਿੰਦੀ ਹੈ। ਜਿਸ ਤਰ੍ਹਾਂ ਮੌਸਮ ਤਨ ਦੇ ਉੱਪਰ ਪ੍ਰਭਾਵ ਪਾਉਂਦੇ ਨੇ, ਸਾਡੀ ਦੇਹ ਨੂੰ ਵੀ ਇਹਨਾਂ ਦਾ ਅਸਰ ਦੇਖਣ ਨੂੰ ਮਿਲਦਾ ਹੈ, ਵੱਖਰੇ ਵੱਖਰੇ ਮੌਸਮ ਦਾ। ਬਿਲਕੁਲ ਉਸੇ ਤਰ੍ਹਾਂ ਮੌਸਮ ਸਾਡੇ ਮਨ ਦੇ ਉੱਪਰ ਵੀ ਪ੍ਰਭਾਵ ਪਾਉਂਦੇ ਨੇ। ਇਸੇ ਕਰਕੇ ਰਿਸ਼ੀਆਂ ਮੁਨੀਆਂ ਗੁਰੂਆਂ ਪੀਰਾਂ ਪੈਗੰਬਰਾਂ ਨੇ ਅੰਮ੍ਰਿਤ ਵੇਲਾ ਹੀ ਚੁਣਿਆ ਹੈ, ਕਿਉਂਕਿ ਅੰਮ੍ਰਿਤ ਵੇਲੇ ਖਾਸ ਅਸਰ ਹੁੰਦਾ ਹੈ ਹਰੇਕ ਰੱਬੀ ਰੂਹ ਦੇ ਉੱਤੇ, ਜਾਂ ਹਰੇਕ ਰੂਹ ਦੇ ਉੱਤੇ, ਜੇਕਰ ਉਸ ਦੇ ਵਿੱਚ ਕੁਝ ਰੱਬੀ ਗੁਣ ਹੋਣ, ਜੇਕਰ ਉਸਨੇ ਰੱਬ ਦੇ ਨਾਲ ਜੁੜਨਾ ਹੋਵੇ। ਇਸੇ ਤਰ੍ਹਾਂ ਸਤਿਗੁਰ ਜੀ ਦੀ ਬਾਣੀ ਵੀ ਫਰਮਾਨ ਦਿੰਦੀ ਹੈ ਕਿ ਅੰਮ੍ਰਿਤ ਵੇਲੇ ਦੀ ਬਾਣੀ ਵਿੱਚ ਇੰਨੀ ਬਰਕਤ ਹੈ ਕਿ ਕਿਸੇ ਨੂੰ ਕੋਈ ਤੋਟ ਨਹੀਂ ਹੁੰਦੀ। ਪਰ ਜੇਕਰ ਅੰਦਰ ਸਾਡੇ ਸ਼ੱਕ ਹੋਵੇ, ਕੋਈ ਲਾਲਚ ਹੋਵੇ, ਫਿਰ ਕੋਈ ਫਾਇਦਾ ਨਹੀਂ, ਫਿਰ ਕੋਈ ਲਾਹਾ ਨਹੀਂ। ਪਰ ਜੇਕਰ ਸਾਡੇ ਅੰਦਰ ਸ਼ੌਂਕ ਹੋਵੇ ਤੇ ਬਾਣੀ ਪੜ੍ਹਨ ਦਾ ਲਾਲਚ ਹੋਵੇ ਤਾਂ ਫਿਰ ਅੰਮ੍ਰਿਤ ਵੇਲਾ ਸਾਂਭਿਆ ਜਾ ਸਕਦਾ ਹੈ। ਬਾਬਾ ਫਰੀਦ ਜੀ ਕਹਿੰਦੇ ਕਿ ਉਸ ਦਿਨ ਮਨ ਅੜੀ ਕਰ ਗਿਆ, ਨਮਾਜ਼ ਨਹੀਂ ਪੜ੍ਹੀ, ਸਾਰੀ ਰਾਤ ਕਰਵਟਾਂ ਦੇ ਵਿੱਚ ਲੰਘੀ, ਬੜੀ ਔਖੀ ਰਾਤ ਲੰਘੀ, ਨੀਂਦ ਆਈ ਹੀ ਨਹੀਂ। ਦਿਲ ਦਿਮਾਗ ਤੇ ਪਛਤਾਵਾ ਅਸਵਾਰ ਹੋ ਗਿਆ ਕਿ ਇਸ਼ਾ ਦੀ ਨਮਾਜ਼ ਨਹੀਂ ਪੜ੍ਹੀ। ਇਸੇ ਕਰਕੇ ਬਾਬਾ ਜੀ ਕਹਿੰਦੇ ਨੇ ਕਿ ਨੀਂਦਰਾ ਰਹਿ ਗਿਆ, ਅੰਗ ਅੰਗ ਦੁਖਣ ਲੱਗ ਗਿਆ। ਬਾਬਾ ਜੀ ਕਹਿੰਦੇ ਕਿ ਮੇਰਾ ਤਾਂ ਇੱਕ ਦਿਨ ਦੇ ਵਿੱਚ ਇਹ ਹਾਲ ਹੋ ਗਿਆ। ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਈ ਵਾਰ ਨਮਾਜ਼ ਨਹੀਂ ਪੜ੍ਹੀ, ਜਾਂ ਅਜਿਹੇ ਲੋਕ ਵੀ ਨੇ ਜਿਨ੍ਹਾਂ ਨੇ ਕਦੇ ਵੀ ਨਹੀਂ ਪੜ੍ਹੀ, ਕਦੇ ਵੀ ਆਪਣੇ ਗੁਰੂ ਪੀਰ ਪੈਗੰਬਰ ਦੀ ਉਸਤਤ ਨਹੀਂ ਕੀਤੀ, ਉਪਾਸਨਾ ਨਹੀਂ ਕੀਤੀ, ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ। ਪਤਾ ਨਹੀਂ ਉਹ ਜ਼ਿੰਦਗੀ ਕਿਵੇਂ ਬਤੀਤ ਕਰ ਰਹੇ ਨੇ। ਉਸੇ ਤਰ੍ਹਾਂ ਹੀ ਅੱਜ ਆਪਾਂ ਨੂੰ ਹੋਣਾ ਚਾਹੀਦਾ ਹੈ ਕਿ ਜੇਕਰ ਅਸੀਂ ਇੱਕ ਦਿਨ ਵੀ ਨਿਤਨੇਮ ਨਾ ਕਰੀਏ ਤਾਂ ਸਾਨੂੰ ਰਾਤ ਨੂੰ ਪਛਤਾਵਾ ਹੋਣਾ ਚਾਹੀਦਾ। ਆਪਣੇ ਵੀ ਮਨ ਦੇ ਵਿੱਚ ਵਿਚਾਰ ਆਉਣਾ ਚਾਹੀਦਾ ਕਿ ਜੇ ਮੇਰਾ ਨਿਤਨੇਮ ਬਿਨਾਂ ਇੱਕ ਦਿਨ ਵਿੱਚ ਇਹ ਹਾਲ ਹੋ ਗਿਆ ਤੇ ਜਿਸ ਨੇ ਕਦੀ ਜ਼ਿੰਦਗੀ ਦੇ ਵਿੱਚ ਨਿਤਨੇਮ ਨਹੀਂ ਕੀਤਾ ਉਸ ਦਾ ਕੀ ਬਣਦਾ ਹੋਵੇਗਾ। ਇਸ ਲਈ ਜੇ ਕਿਤੇ ਸਾਡਾ ਮਨ ਅੜੀ ਕਰ ਵੀ ਜਾਂਦਾ ਹੈ ਤਾਂ ਮਨ ਦੇ ਨਾਲ ਜੰਗ ਕਰ ਲਿਆ ਕਰੋ। ਜੰਗ ਕਰਨੀ ਪੈ ਜਾਵੇ ਤਾਂ ਮਨ ਦੇ ਨਾਲ ਜ਼ਰੂਰ ਕਰਿਆ ਕਰੋ, ਤੇ ਕਦੇ ਵੀ ਨਿਤਨੇਮ ਦਾ ਨਾਗਾ ਨਾ ਪੈਣ ਦਿਓ। ਹਰ ਰੋਜ਼ ਨਿਤਨੇਮ ਕਰੋ, ਨੇਮ ਦੇ ਨਾਲ ਕਰੋ, ਮਨ ਦੇ ਵਿੱਚ ਸ਼ੌਂਕ ਨਾਲ ਗੁਰਬਾਣੀ ਪੜ੍ਹਨ ਦਾ ਲਾਲਚ ਰੱਖ ਕੇ ਕਰੋ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਉੱਪਰ ਦਇਆਲ ਹੋਣਗੇ, ਸਾਡੇ ਉੱਪਰ ਮਿਹਰਬਾਨ ਹੋਣਗੇ ਤੇ ਸਾਡੀਆਂ ਸਰਬ ਇੱਛਾਵਾਂ ਪੂਰਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।